ਕੀ ਆਪ ਜੀ ਜਾਣਦੇ ਹੈਗੇ ਹੋ ਕਿ ਬਚਪਨ ਦੇ ਵਿੱਚ ਗੋਬਿੰਦ ਰਾਏ ਜੀ ਕਿਹੜੇ ਸਥਾਨ ਦੇ ਉੱਤੇ ਆਪਣੇ ਸੋਨੇ ਦਾ ਕੰਗਣ ਸੁੱਟ ਕੇ ਆਏ ਸੀ? ਵਾਹ ਰਮਜ਼ਾ ਤੇਰੀਆਂ ਵੇ ਬਾਬਾ ਵਾਹ ਰਮਜ਼ਾ ਤੇਰੀਆਂ ਵਾਹਿਗੁਰੂ ਜੀ ਵਾਹਿਗੁਰੂ। छत्र चक्रवर्ती छत्र चक्र भुगते सुयंभव सुभंग सरबदासर अब जुगते दुकालन परनासी दयालंग स्वरूपे सदा अंग संगे अभंगम विभूते। ਗੁਰੂ ਦੀ ਬਾਣੀ ਤੇ ਗੁਰੂ ਨੂੰ ਯਾਦ ਕਰ ਇੱਕ ਨਵੇਂ ਸਵੇਰੇ ਦੀ ਸ਼ੁਰੂਆਤ ਫਤਿਹ ਦੀ ਸਾਂਝ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦੇਸ਼ ਵਿਦੇਸ਼ ਵਿੱਚ ਬੈਠ ਕੇ ਆਪ ਸਭ ਲੋਕ ਇੰਨਾ ਪਿਆਰ ਦੇਖਦੇ ਹੋ ਤੇ ਸਾਡਾ ਪ੍ਰੋਗਰਾਮ ਸਪਿਰਚੁਅਲ ਜਰਨੀ ਆਫ ਦਾ ਟਰਬਨ ਟਰੈਵਲਰ ਯਾਤਰਾ ਦਸ਼ਮ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਖਦੇ ਹੈਗੇ ਹੋ। ਆਪ ਸਭ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ। ਅੱਜ ਦਿਨ ਦੀ ਸ਼ੁਰੂਆਤ ਅਸੀਂ ਕਰ ਰਹੇ ਹੈਗੇ ਹਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਸ ਸਥਾਨ ਤੇ ਜਾਣ ਦੀ ਜਿੱਥੇ ਉਹਨਾਂ ਦਾ ਬਚਪਨ ਗੁਜ਼ਰਿਆ। ਅੱਜ ਅਸੀਂ ਚਾਲੇ ਪਾਵਾਂਗੇ ਇੱਕ ਐਸੇ ਗੁਰਦੁਆਰਾ ਸਾਹਿਬ ਦੀ ਜਿਹੜਾ ਕਿ ਗੰਗਾ ਨਦੀ ਦੇ ਕੰਢੇ ਤੇ ਸਥਿਤ ਹੈ, ਜਿਹਨੂੰ ਗੁਰਦੁਆਰਾ ਸ਼੍ਰੀ ਕੰਗਨ ਘਾਟ ਦੇ ਨਾਂ ਤੇ ਜਾਣਿਆ ਜਾਂਦਾ ਹੈ। ਇਹ ਸਥਾਨ ਤਖਤ ਸ਼੍ਰੀ ਹਰਮੰਦਰ ਜੀ ਸਾਹਿਬ ਤੋਂ ਜ਼ਿਆਦਾ ਦੂਰ ਨਹੀਂ ਹੈਗਾ, ਨੇੜੇ ਹੀ ਹੈਗਾ। ਆਓ ਤੁਸੀਂ ਚਲੋ ਸਾਡੇ ਨਾਲ ਉੱਥੇ ਤੇ ਉਸ ਥਾਂ ਦੇ ਵੀ ਦਰਸ਼ਨ ਕਰੋ ਤੇ ਆਨੰਦ ਮਾਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਰਮਜ਼ਾ ਤੇਰੀਆਂ ਵੇ ਬਾਬਾ ਵਾਹ ਰਮਜ਼ਾ ਤੇਰੀਆਂ ਵਾਹਿਗੁਰੂ ਜੀ ਵਾਹਿਗੁਰੂ। ਵਾਹ ਰਮਜ਼ਾ ਤੇਰੀਆਂ ਵੇ ਬਾਬਾ ਵਾਹ ਰਮਜ਼ਾ ਤੇਰੀਆਂ ਵੇ ਤੇਰੀ ਮਾਝ ਚੋਂ ਵੇ ਤੇਰੀ ਫਾਜ ਚੋਂ ਵਾਹਿਗੁਰੂ ਜੀ ਵਾਹਿਗੁਰੂ। ਤੇਰੀ ਮਾਝ ਚੋਂ ਵੇ ਤੇਰੀ ਫਾਜ ਚੋਂ ਬਾਬਾ ਮਿਲਣ ਦਲੇਰੀਆਂ ਵਾਹ ਰਮਜ਼ਾ ਤੇਰੀਆਂ ਵੇ ਬਾਬਾ ਵਾਹ ਰਮਜ਼ਾ ਤੇਰੀਆਂ ਵਾਹ ਰਮਜ਼ਾ ਤੇਰੀਆਂ ਵੇ ਬਾਬਾ ਵਾਹ ਰਮਜ਼ਾ ਤੇਰੀਆਂ। ਜਿਉਂਦਿਆਂ ਦੇ ਵਿੱਚ ਕਰਿਆ ਸੀ ਜੋਸ਼ ਐਸਾ ਭਰਿਆ ਸੀ ਵਾਹਿਗੁਰੂ ਜੀ ਵਾਹਿਗੁਰੂ। ਸੰਗਤ ਜੀ, ਹੁਣ ਅਸੀਂ ਆਪ ਪੁੱਜੇ ਹੈਗੇ ਹਾਂ ਗੁਰਦੁਆਰਾ ਸ਼੍ਰੀ ਕੰਗਨ ਘਾਟ ਸਾਹਿਬ, ਜਿਹਨੂੰ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈਗਾ। ਇਹ ਸਥਾਨ ਤਖਤ ਸ਼੍ਰੀ ਹਰਮੰਦਰ ਜੀ ਤੋਂ ਤਕਰੀਬਨ ਅੱਧਾ ਕਿਲੋਮੀਟਰ ਆਪ ਜੀ ਸਮਝ ਸਕਦੇ ਹੈਗੇ ਹੋ। ਇਹ ਸਥਾਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਪਨ ਦੀ ਯਾਦਾਂ ਨਾਲ ਜੁੜਿਆ ਹੋਇਆ ਹੈ। ਇਹ ਸਥਾਨ ਗੰਗਾ ਨਦੀ ਦੇ ਕੰਢੇ ਤੇ ਵਸਿਆ ਹੋਇਆ ਹੈ, ਜਿੱਥੇ ਬਚਪਨ ਵਿੱਚ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਨਾਲ ਆ ਕੇ ਖੇਡਿਆ ਕਰਦੇ ਸੀਗੇ ਤੇ ਉਹਨਾਂ ਦੀ ਬਚਪਨ ਦੀ ਯਾਦਾਂ ਨਾਲ ਜੁੜਿਆ ਹੋਇਆ ਹੈਗਾ। ਨਦੀ ਦੇ ਕੰਢੇ ਤੇ ਸਥਿਤ ਹੋਣ ਦੇ ਕਾਰਨ ਇਸ ਸਥਾਨ ਦੇ ਉੱਤੇ ਬਾਲਾ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਨਾਲ ਆਇਆ ਕਰਦੇ ਸੀਗੇ ਤੇ ਖੇਡਿਆ ਕਰਦੇ ਸੀਗੇ। ਜਿਸ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਹੁਣ ਦਰਸ਼ਨ ਕਰੋਗੇ, ਇਹ ਗੁਰਦੁਆਰਾ ਨਵਾਂ ਬਣਿਆ ਹੋਇਆ ਹੈਗਾ। ਇਸ ਤੋਂ ਪਹਿਲੇ ਗੁਰਦੁਆਰਾ ਸਾਹਿਬ ਦੇ ਠੀਕ ਬਾਹਰ ਖੱਬੇ ਹੱਥ ਨੂੰ ਇੱਕ ਛੋਟਾ ਜਿਹਾ ਸਥਾਨ ਹੈ, ਜਿੱਥੇ ਪੁਰਾਤਨ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀਗਾ। ਜਿਸ ਸਥਾਨ ਦੇ ਉੱਤੇ ਪੁਰਾਤਨ ਗੁਰਦੁਆਰਾ ਬਣਿਆ ਹੋਇਆ ਹੈ, ਉਹਦੇ ਥੱਲੇ ਘਾਟ ਹੁੰਦਾ ਸੀਗਾ। ਘਾਟ ਦਾ ਅਰਥ ਹੈਗਾ ਉਹ ਸਥਾਨ ਜਿੱਥੇ ਨਾਵਾਂ ਨੂੰ ਬੰਦਿਆ ਜਾਂਦਾ ਸੀਗਾ, ਜਾਂ ਲੋਕ ਉਤਰਨ ਚੜਨ ਵਾਸਤੇ ਉਸ ਜਗ੍ਹਾ ਦਾ ਇਸਤੇਮਾਲ ਕਰਦੇ ਸੀਗੇ, ਜਾਂ ਲੋਕ ਇਸ਼ਨਾਨ ਕਰਦੇ ਸੀਗੇ, ਜਾਂ ਲੋਕ ਜਿਸ ਜਗ੍ਹਾ ਤੋਂ ਪਾਣੀ ਭਰਦੇ ਸੀ ਜਾਂ ਇਸ਼ਨਾਨ ਕਰਦੇ ਸੀਗੇ, ਉਸ ਸਥਾਨ ਨੂੰ ਹਿੰਦੀ ਦੇ ਵਿੱਚ ਘਾਟ ਆਖਿਆ ਜਾਂਦਾ ਹੈਗਾ। ਪੁਰਾਤਨ ਗੁਰਦੁਆਰੇ ਸਾਹਿਬ ਦੇ ਵਿੱਚ ਆਪ ਦਰਸ਼ਨ ਕਰੋਗੇ ਤੇ ਥੱਲੇ ਉਹ ਘਾਟ ਬਣਿਆ ਹੋਇਆ ਹੈ। ਇਹਦਾ ਮਤਲਬ ਕਿ ਗੰਗਾ ਕਿਸੇ ਸਮੇਂ 'ਚ ਉਸ ਸਥਾਨ ਤੋਂ ਹੋ ਕੇ ਗੁਜ਼ਰਦੀ ਸੀਗੀ। ਇਸ ਵਕਤ ਗੰਗਾ ਨਦੀ ਇੱਥੋਂ ਤਕਰੀਬਨ 1 ਫਰਲਾਂਗ ਦੀ ਦੂਰੀ ਦੇ ਉੱਤੇ ਹੈ। ਆਪ ਜੀ ਨੂੰ ਗੰਗਾ ਨਦੀ ਦੇ ਵੀ ਦਰਸ਼ਨ ਕਰਾਵਾਂਗੇ, ਪਰ ਸਭ ਤੋਂ ਪਹਿਲੇ ਅੰਦਰ ਚੱਲਦੇ ਹਾਂ, ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਹਾਂ। ਉਸ ਤੋਂ ਉਪਰੰਤ ਇੱਥੇ ਦਾ ਇਤਿਹਾਸ ਆਪ ਜੀ ਨੂੰ ਸਰਵਣ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
रहनी रहे सोई सिख मेरा, रहनी रहे सोई सिख मेरा। ओ साहिब में उसका चेहरा, ओ साहिब में उसका चेहरा। रहनी रहे सोई सिख मेरा। ओ साहिब में उसका चेहरा, ओ साहिब में उसका चेहरा। ओ साहिब में उसका चेहरा, ओ साहिब में उसका चेहरा। ਸੰਗਤ ਜੀ ਆਓ ਹੁਣ ਆਪ ਜੀ ਨਾਲ ਸਾਂਝਾ ਕਰਨੇ ਹੈਗੇ ਆ ਗੁਰਦੁਆਰਾ ਸ਼੍ਰੀ ਕੰਗਨ ਘਾਟ ਸਾਹਿਬ ਜੀ ਦਾ ਇਤਿਹਾਸ। ਕੰਗਨ ਸਾਹਿਬ ਜੀ ਗੁਰਦੁਆਰੇ ਦਾ ਜਿਸ ਤਰ੍ਹਾਂ ਨਾਂ ਹੈ, ਇਸੇ ਤਰੀਕੇ ਨਾਲ ਇੱਥੇ ਦਾ ਇਤਿਹਾਸ ਵੀ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈਗਾ। ਇਤਿਹਾਸਕਾਰ ਦੱਸਦੇ ਨੇ ਕਿ ਬਚਪਨ ਦੇ ਵਿੱਚ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਨਾਲ ਇਸ ਸਥਾਨ ਦੇ ਉੱਤੇ ਖੇਡਣ ਆਇਆ ਕਰਦੇ ਸੀਗੇ। ਗੰਗਾ ਨਦੀ ਦਾ ਇਹ ਤੱਟ ਜਿੱਥੇ ਇਹ ਸਥਾਨ ਹੈਗਾ, ਉਸ ਸਥਾਨ ਦੇ ਉੱਤੇ ਛੋਟੇ ਬੱਚੇ ਯੁੱਧ ਕਲਾ ਸਿੱਖਦੇ ਸੀਗੇ। ਤੀਰ ਕਮਾਨ ਤੇ ਬਾਣ ਇੱਕ ਦੂਜੇ ਤੇ ਚਲਾਉਂਦੇ ਸੀਗੇ। ਇੱਕ ਤਰੀਕੇ ਦੀ ਉਹ ਇੱਕ ਮੌਕ ਫਾਈਟ ਹੁੰਦੀ ਸੀਗੀ, ਯਾਨੀ ਕਿ ਇੱਕ ਛੋਟੀ ਮੋਟੀ ਲੜਾਈ। ਐਸੀ ਸਥਾਨ ਦੇ ਉੱਤੇ ਖੇਡਦੇ ਖੇਡਦੇ ਇੱਕ ਦਿਨ ਬਾਲਕ ਗੋਬਿੰਦ ਰਾਏ ਜੀ ਗੰਗਾ ਨਦੀ ਦੇ ਕੰਢੇ ਤੇ ਗਏ। ਇਤਿਹਾਸਕਾਰ ਦੱਸਦੇ ਨੇ ਕਿ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ 2 ਸੋਨੇ ਦੇ ਕੰਗਨ ਬਣਾ ਕੇ ਦਿੱਤੇ ਸੀਗੇ। ਇੱਕ ਕੰਗਨ ਸੋਨੇ ਦਾ ਉਹਨਾਂ ਦਾ ਹੱਥੋਂ ਨਦੀ ਵਿੱਚ ਡਿੱਗ ਪਿਆ। ਜਿਸ ਵਕਤ ਉਹ ਘਰ ਵਾਪਸ ਆਏ ਤੇ ਮਾਤਾ ਗੁਜਰੀ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਆਪ ਜੀ ਦੇ ਹੱਥ ਦਾ ਉਹ ਕੰਗਨ ਕਿੱਥੇ ਗਿਆ, ਤੇ ਉਹਨਾਂ ਨੇ ਦੱਸਿਆ ਕਿ ਉਹ ਕੰਗਨ ਤੇ ਉਸ ਨਦੀ ਦੇ ਅੰਦਰ ਡਿੱਗ ਗਿਆ। ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ ਸਾਰਿਆਂ ਨਾਲ ਉਹ ਨਦੀ ਦੇ ਕੰਢੇ ਤੇ ਆਉਂਦੇ ਨੇ ਦੱਸਣ ਵਾਸਤੇ ਕਿ ਕੰਗਨ ਕਿੱਥੇ ਡਿੱਗ ਗਿਆ। ਆ ਕੇ ਉਹਨਾਂ ਨੇ ਆਪਣੇ ਹੱਥ 'ਚ ਦੂਜਾ ਪਾਇਆ ਹੋਇਆ ਕੰਗਨ ਸੀ, ਉਹ ਕੱਢਿਆ ਤੇ ਸੁੱਟ ਕੇ ਕਿਹਾ ਉੱਥੇ ਡਿੱਗਿਆ। ਇਸ ਤਰ੍ਹਾਂ ਦਾ ਵਿਅਕਤੀਤਵ ਸੀਗਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਾਲ ਅਵਸਥਾ ਵਿੱਚ, ਕਿ ਉਹਨਾਂ ਨੂੰ ਮੋਹ ਮਾਇਆ ਤੇ ਸਮਾਜਿਕ ਚੀਜ਼ਾਂ ਨਾਲ ਕੋਈ ਵੀ ਲਗਾਵ ਨਹੀਂ ਸੀਗਾ। ਇਹ ਤੇ ਸੀਗੀ ਉਹਨਾਂ ਦੇ ਬਚਪਨ ਦੀ ਉਸ ਕੰਗਨ ਨਾਲ ਜੁੜੀ ਹੋਈ ਸਾਖੀ। ਦੂਸਰੀ ਸਾਖੀ ਹੈਗੀ ਇੱਥੇ ਦੇ ਇੱਕ ਬਾਹਮਣ ਜਿਨ੍ਹਾਂ ਦਾ ਨਾਂ ਸੀਗਾ ਪੰਡਤ ਸ਼ਿਵਦੱਤ ਜੀ। ਆਓ ਆਪ ਜੀ ਉਹ ਵੀ ਸਰਵਣ ਕरें। तहीं प्रकाश हमारा भयो, पटना शहर विखे पब लियो। सारियां संगतां इतिहास तो जानू हो, बाला प्रीतम साहिब गुरु गोविंद सिंह महाराज जी दा प्रकाश पटने विखे होया। 7 साल दी अवस्था तक कलगीधर पिता ने पटने विखे बड़ियां चोजां कीतियां ने। इस पवित्र स्थान का नाम गुरुद्वारा कंगन घाट साहिब है। गुरु जी जदों छोटे छोटे बच्चियां दे नाल गंगा कंढे आके खेडिया करते सन। एक दिन खेडदियां सतगुरु जी दा कंगन गंगा विखे सहज सुभाए ही डिग पिया। नाल दे हानियां ने माता गुजरी जी नू जाके दसिया कि गोविंद राय जी दा सोने दा कंगन एक गंगा विखे डिग पिया है। माता जी अपने दासियां दे नाल गंगा घाट ते आए, पुछन लगे पुत्र जी आप जी दे हथ ता सोने दे कंगन 2 पाए हुए सन, एक किथे है। गुरु जी दूसरा कंगन भी अपने हाथ विचों कढ़ के गंगा विखे छुड़ देते। बोलो सतनाम श्री वाहिगुरु। माता जी कहन लगे पुत्र जी एक कंगन ता आपने
ਮੇਰੇ ਆਉਣ ਤੋਂ ਪਹਿਲੇ ਹੀ ਛੋੜਤਾ ਸੀ, ਦੂਜਾ ਮੇਰੇ ਸਾਹਮਣੇ ਹੀ ਛੁੱਟ ਦਿੱਤਾ ਹੈ। ਮਾਤਾ ਜੀ ਨੇ ਟੋਬਿਆਂ ਨੂੰ, ਗੋਤੇਖੋਰਾਂ ਨੂੰ ਕੰਗਣ ਲੱਭਣ ਵਾਸਤੇ ਭੇਜਿਆ। ਜਿਉਂ ਟੋਬੇ ਗੰਗਾ ਵਿਖੇ ਵਰਨ, ਉਥੇ ਤਾਂ ਕੰਗਣ ਹੀ ਕੰਗਣ ਨਜ਼ਰ ਆਵਨ। ਹੈਰਾਨ ਹੋ ਗਏ, ਕਹਿਣ ਲੱਗੇ ਮਾਤਾ ਜੀ, ਬਾਲ ਗੁਰੂ ਗੋਬਿੰਦ ਰਾਏ ਜੀ ਨੇ ਕੰਗਣ ਕੇਵਲ 2 ਹੀ ਛੋਟੇ ਸਨ, ਇੱਥੇ ਤਾਂ ਲੱਖਾਂ ਹੀ ਪਏ ਨੇ, ਕਿਹੜਾ ਕੱਢ ਲਿਆਈਏ। ਫਿਰ ਗੁਰੂ ਜੀ ਮਾਤਾ ਗੁਜਰੀ ਜੀ ਦੇ ਨਾਲ ਬਚਨ ਕਰਦੇ ਹਨ, ਮਾਤਾ ਜੀ ਇਹ ਤਾਂ ਸਾਡਾ ਪਿਛਲਾ ਖਜ਼ਾਨਾ ਹੈ, ਤੁਸੀਂ ਆਪਣੇ ਵਾਲੇ ਕੰਗਣ ਹੀ ਪਹਿਚਾਨ ਕੇ ਕਢਵਾਇਓ, ਸਾਡੇ ਨਾ ਛੇਰਿਓ। ਇਹ ਚੋਜ ਵੇਖ ਕੇ ਮਾਤਾ ਗੁਜਰੀ, ਮਾਮਾ ਕਿਰਪਾਲ ਚੰਦ, ਉਦੋਂ ਦੀਆਂ ਸੰਗਤਾਂ ਸਾਰੇ ਬਿਸਮਾਦ ਹੋਏ। ਇਸੀ ਅਸਥਾਨ ਤੇ ਗੁਰੂ ਜੀ ਇੱਕ ਦੂਜਾ ਚੋਜ ਪੰਡਤ ਸੀਬ ਦੱਤ ਜੀ ਦੇ ਨਾਲ ਕੀਤੇ। ਪੰਡਤ ਸੀਬ ਦੱਤ ਜੀ ਕਾਫੀ ਦਿਨਾਂ ਤੋਂ ਗੰਗਾ ਘਾਟ ਤੇ ਖੁੱਲੇ ਵਿਖੇ ਬੈਠ ਕੇ ਭਗਤੀ ਕਰਦੇ ਸਨ। ਉਹ ਰਾਮਦੇਵ ਉਪਾਸਕ ਸਨ ਤੇ ਭਗਤੀ ਕਿਆ ਕਰਦੇ ਸਨ। ਗੰਗਾ ਘਾਟ ਤੇ ਬੈਠ ਕੇ ਨਹਾ ਧਵਾ ਕੇ ਪੂਜਾ ਪਾਠ ਕਰਕੇ ਕਦੇ ਕਦਾਈ ਫਲ ਫਲੂਟ ਮਿਸ਼ਟਾਂਗ ਲੱਡੂ ਵਗੈਰਾ ਥਾਲੀ ਵਿਖੇ ਸਜਾ ਕੇ ਢੱਕ ਕੇ ਅੱਖਾਂ ਬੰਦ ਕਰਕੇ ਕਹਿੰਦੇ ਭਗਵਾਨ ਭੋਗ ਲਗਾਈਏ। ਜਦੋਂ ਅੱਖਾਂ ਬੰਦ ਕਰਕੇ ਪੰਡਤ ਸੀਬ ਦੱਤ ਜੀ ਕਹਿੰਦੇ ਭਗਵਾਨ ਭੋਗ ਲਗਾਈਏ, ਗੁਰੂ ਜੀ ਜਿਨ੍ਹਾਂ ਦਾ ਬਚਪਨਾ ਦਾ ਨਾਂ ਗੋਬਿੰਦ ਰਾਏ ਕਰਕੇ ਸੰਗਤਾਂ ਪਿਆਰ ਦੇ ਨਾਲ ਬਣਾਉਂਦੀਆਂ ਸੀ, ਗੋਬਿੰਦ ਰਾਏ ਜੀ ਜਦੋਂ ਪੰਡਤ ਸੀਬ ਦੱਤ ਜੀ ਅੱਖਾਂ ਬੰਦ ਕਰਕੇ ਕਹਿੰਦੇ ਭਗਵਾਨ ਭੋਗ ਲਗਾਈਏ, ਗੁਰੂ ਜੀ ਉਹਦੇ ਪ੍ਰਸਾਦ ਅੱਗੋਂ ਚੁੱਕ ਕੇ ਬੱਚਿਆਂ ਨੂੰ ਵੰਡ ਵੁੰਡ ਕੇ ਛਕਾ ਦਿੰਦੇ। ਕਿਸੇ ਨੇ ਦੱਸਿਆ ਕਿ ਤੇਰਾ ਪ੍ਰਸਾਦ ਤੂੰ ਅੱਖਾਂ ਬੰਦ ਕਰਤਾ, ਕਹਿੰਦਾ ਭਗਵਾਨ ਭੋਗ ਲਗਾਈਏ। ਉਹ ਗੋਬਿੰਦ ਰਾਏ ਦੀ ਤੇਰੇ ਅੱਗੋਂ ਚੁੱਕ ਕੇ ਬੱਚਿਆਂ ਨੂੰ ਵੰਡ ਵੁੰਡ ਕੇ ਛਕਾ ਦਿੰਦੇ ਹਨ। ਕੋਈ ਭਗਵਾਨ ਪ੍ਰਸਾਦ ਨਹੀਂ ਖਾਂਦਾ, ਇਹ ਗੋਬਿੰਦ ਰਾਏ ਹੀ ਬੱਚਿਆਂ ਨੂੰ ਵੰਡ ਵੁੰਡ ਕੇ ਖਵਾ ਦਿੰਦੇ ਨੇ। ਇੱਕ ਦਿਨ ਦੀ ਗੱਲ ਹੈ, ਪੰਡਤ ਜੀ ਜਦੋਂ ਰੋਜ਼ਾਨਾ ਦੀ ਤਰ੍ਹਾਂ ਪੂਜਾ ਪਾਠ ਕਰਕੇ ਨਹਾ ਧਵਾ ਕੇ ਥਾਲੀ ਵਿਖੇ ਫਲ ਫਲੂਟ ਲੱਡੂ ਵਗੈਰਾ ਸਜਾ ਕੇ ਅੱਖਾਂ ਬੰਦ ਕਰਕੇ ਕਹਿਣ ਲੱਗਿਆ ਭਗਵਾਨ ਭੋਗ ਲਗਾਈਏ। ਉਸ ਦਿਨ ਪੰਡਤ ਸੀਬ ਦੱਤ ਥੋੜੀ ਥੋੜੀ ਅੱਖਾਂ ਬੰਦ ਰੱਖੀ ਸੀ ਤੇ ਥੋੜੀ ਥੋੜੀ ਖੋਲ ਕੇ ਵੀ ਰੱਖੀ ਸੀ। ਕਹਿੰਦਾ ਭਗਵਾਨ ਭੋਗ ਲਗਾਈਏ। ਗੁਰੂ ਜੀ ਉਦੋਂ ਅੱਗੋਂ ਚੁੱਕ ਕੇ ਪ੍ਰਸਾਦ ਜਦੋਂ ਬੱਚਿਆਂ ਨੂੰ ਵੱਢਣ ਲੱਗੇ ਨੇ, ਪੰਡਤ ਨੇ ਗੁਰੂ ਜੀ ਦਾ ਬਾਂਹ ਫੜ ਲਿਆ। ਕਹਿੰਦਾ ਹੇ ਗੋਬਿੰਦ ਰਾਏ, ਪੰਡਤ ਸੀਬ ਦੱਤ ਨੂੰ ਵੀ ਪਤਾ ਸੀ ਕਿ ਮਾਮੂਲੀ ਬੱਚਾ ਨਹੀਂ ਹਨ, ਇਹ ਕੋਈ ਅਵਤਾਰੀ ਪੁਰਸ਼ ਹਨ। ਕਹਿਣ ਲੱਗਿਆ ਹੇ ਗੋਬਿੰਦ ਰਾਏ, ਮੈਂ ਤਾਂ ਭਗਵਾਨ ਰਾਮ ਨੂੰ ਭੋਗ ਲਗਾਉਂਦਾ ਹਾਂ, ਤੁਸੀਂ ਆ ਕੇ ਮੇਰੇ ਪ੍ਰਸਾਦ ਚੁੱਕ ਕੇ ਬੱਚਿਆਂ ਨੂੰ ਵੰਡ ਵੁੰਡ ਕੇ ਛਕਾ ਦਿੰਦੇ ਹੋ। ਇਸ ਤਰ੍ਹਾਂ ਨਾ ਕਰਿਆ ਕਰੋ, ਪ੍ਰਸਾਦ ਝੂਠਾ ਹੋ ਜਾਂਦਾ ਹੈ। ਗੁਰੂ ਜੀ ਨੇ ਆਖਿਆ ਪੰਡਤ ਜੀ ਤੁਸੀਂ ਤਾਂ ਮੈਨੂੰ ਬੁਲਾਉਂਦੇ ਹੋ ਤਾਂ ਆਈ ਦਾ ਨਾ ਬੁਲਾਓਗੇ ਨਾ ਆਇਆ ਕਰਨਗੇ। ਪੰਡਤ ਕਹਿਣ ਲੱਗਿਆ ਹੱਥ ਜੋੜ ਕੇ, ਹੇ ਬਾਲ ਗੁਰੂ ਗੋਬਿੰਦ ਰਾਏ ਜੀ, ਮੈਂ ਭਗਵਾਨ ਰਾਮ ਨੂੰ ਬੁਲਾਉਂਦਾ ਹਾਂ ਤੇ ਆਪ ਜੀ ਨੂੰ ਨਹੀਂ ਬੁਲਾਉਂਦਾ। ਜੇ ਆਪ ਜੀ ਉਹੀ ਸਰੂਪ ਹੋ ਤਾਂ ਉਸੇ ਸਰੂਪ ਵੀ ਸਾਨੂੰ ਦਰਸ਼ਨ ਦਿਓ। ਗੁਰੂ ਮਹਾਰਾਜ ਜੀ ਉਹਦੇ ਪਿਆਰ ਨੂੰ ਵੇਖਦਿਆਂ ਕਹਿੰਦੇ ਨੇ ਪੰਡਤ ਜੀ ਠੀਕ ਹੈ, ਤੁਸੀਂ ਅੱਖਾਂ ਬੰਦ ਕਰੋ। ਜਦੋਂ ਪੰਡਤ ਜੀ ਅੱਖਾਂ ਬੰਦ ਕੀਤੀਆਂ ਨੇ, ਗੁਰੂ ਜੀ ਕਹਿੰਦੇ ਨੇ ਅੱਖਾਂ ਖੋਲੋ। ਜਦੋਂ ਪੰਡਤ ਅੱਖਾਂ ਖੋਲਿਆ ਕੀ ਵੇਖਦਾ ਹੈ, ਗੁਰੂ ਜੀ 5 ਫੁੱਟ ਤੋਂ ਲੰਮਾ ਜਵਾਨ, ਤੀਰ ਧਨੁਸ਼ ਕੰਧੇ ਦੇ ਉੱਤੇ ਲਟਕਿਆ ਹੋਇਆ ਉਹ ਰਾਮ ਭਗਵਾਨ ਦੇ ਰੂਪ ਵਿੱਚ ਪੰਡਤ ਸੀਬ ਦੱਤ ਨੂੰ ਦਿਖਾਈ ਦੇ ਰਹੇ ਨੇ। ਉਹ ਰਾਮ ਰੂਪ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ
ਪੰਡਿਤ ਸੀ ਬਿਦਤ ਨਿਹਾਲ ਹੋ ਗਿਆ। गोविंद प्रीत लगी अत प्यारी, गोविंद प्रीत लगी अत प्यारी। ਇਹ ਸੀਗਾ ਪੰਡਿਤ ਸ਼ਿਵਦੱਤ ਜੀ ਨਾਲ ਜੁੜਿਆ ਹੋਇਆ ਉਹ ਇਤਿਹਾਸ ਜਿਹੜਾ ਆਪ ਜੀ ਨੇ ਸ਼ਰਵਣ ਕੀਤਾ ਤੇ ਇਸ ਸਾਕੀ ਨੇ ਪੰਡਿਤ ਸ਼ਿਵਦੱਤ ਜੀ ਨੂੰ ਸੱਤ ਦਾ ਸਹੀ ਮਾਰਗ ਦਿਖਾਇਆ। ਇਸ ਸਥਾਨ ਦੇ ਨਾਲ ਇੱਕ ਹੋਰ ਵੀ ਘਟਨਾ ਜੁੜੀ ਹੋਈ ਹੈਗੀ। ਅਕਸਰ ਇੱਥੇ ਦੇ ਨਵਾਬ ਜਦ ਗੁਜ਼ਰਦੇ ਸੀ ਤੇ ਲੋਕ ਉਹਨਾਂ ਨੂੰ ਚੁੱਕ ਕੇ ਸਲਾਮ ਕੀਤਾ ਕਰਦੇ ਸੀਗੇ, ਲੇਕਿਨ ਗੁਰੂ ਸਾਹਿਬ ਬਿਲਕੁਲ ਠੀਕ ਉਹਦੇ ਵਿਪਰੀਤ ਸੀ। ਜਿਸ ਵਕਤ ਵੀ ਨਵਾਬ ਇੱਥੋਂ ਗੁਜ਼ਰਦਾ ਸੀਗਾ ਤੇ ਗੁਰੂ ਸਾਹਿਬ ਤੇ ਉਹਨਾਂ ਦੇ ਨਾਲ ਉਹਨਾਂ ਦੇ ਬਾਲ ਸਖਾ ਜਿਹੜੇ ਖੇਡ ਰਹੇ ਹੁੰਦੇ ਸੀਗੇ ਉਹ ਨਵਾਬ ਨੂੰ ਦੇਖ ਕੇ ਹੱਸਣ ਲੱਗ ਜਾਂਦੇ ਸੀਗੇ, ਨਾ ਕਿ ਉਹਨਾਂ ਨੂੰ ਸਲਾਮ ਕਰਦੇ ਸੀਗੇ। ਇਹ ਸੀਗਾ ਉਹਨਾਂ ਦਾ ਵਿਅਕਤੀਤਵ ਜਿਹਦੇ ਬਾਰੇ ਵਿੱਚ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਪੂਰਾ ਸਪੋਰਟ ਕੀਤਾ। ਪਟਨਾ ਦੇ ਬਾਰੇ ਵਿੱਚ ਇੱਕ ਸਾਖੀ ਹੋਰ ਵੀ ਪ੍ਰਚਲਿਤ ਹੈਗੀ। ਇਤਿਹਾਸਕਾਰ ਦੱਸਦੇ ਨੇ ਕਿ ਭਾਈ ਸੰਗਤ ਸਿੰਘ ਜੀ ਜਿਹੜੇ ਕਿ ਗੁਰੂ ਸਾਹਿਬ ਦੇ ਮਿੱਤਰ ਵੀ ਸੀ, ਜਿਸ ਵਕਤ ਚਮਕੌਰ ਦੀ ਗੜੀ ਖਾਲੀ ਕਰ ਗੁਰੂ ਸਾਹਿਬ ਉੱਥੋਂ ਜਾ ਰਹੇ ਸੀਗੇ ਤੇ ਉਹਨਾਂ ਨੇ ਆਪਣੀ ਕਲਗੀ ਜਿਹੜੀ ਸੀ ਉਹ ਭਾਈ ਸੰਗਤ ਸਿੰਘ ਜੀ ਦੀ ਦਸਤਾਰ ਤੇ ਲਗਾ ਦਿੱਤੀ। ਭਾਈ ਸੰਗਤ ਸਿੰਘ ਜੀ ਦਾ ਜਨਮ ਵੀ ਗੁਰੂ ਸਾਹਿਬ ਦੇ ਜਨਮ ਤੋਂ ਠੀਕ ਇੱਕ ਦਿਨ ਬਾਅਦ ਪਟਨਾ ਸ਼ਹਿਰ ਵਿੱਚ ਹੀ ਹੁੰਦਾ ਹੈਗਾ ਤੇ ਉਹਨਾਂ ਦਾ ਰੂਪ ਰੰਗ ਵੀ ਗੁਰੂ ਸਾਹਿਬ ਸਰੀਖਾ ਸੀਗਾ ਤੇ ਉਹ ਗੁਰੂ ਸਾਹਿਬ ਵਰਗੇ ਹੀ ਦਿਖਦੇ ਸੀਗਾ, ਐਸਾ ਇਤਿਹਾਸ ਵਿੱਚ ਲਿਖਿਆ ਹੈ। ਗੁਰਦੁਆਰਾ ਸ਼੍ਰੀ ਕੰਗਨ ਘਾਟ ਸਾਹਿਬ ਜੀ ਤੋਂ ਸੰਬੰਧਿਤ ਆਪ ਜੀ ਨੇ ਅੱਜ ਕਾਫੀ ਸਾਰੀਆਂ ਸਾਖੀਆਂ ਸਰਵਣ ਕੀਤੀਆਂ। ਉਮੀਦ ਕਰਦੇ ਹਾਂ ਇਹ ਸਾਰੀ ਸਾਖੀਆਂ ਆਪ ਜੀ ਨੂੰ ਚੰਗੀਆਂ ਲੱਗੀਆਂ ਹੋਣਗੀਆਂ। ਇਹ ਸਾਰੀਆਂ ਸਾਖੀਆਂ ਸਾਨੂੰ ਚਾਹੀਦੀਆਂ ਨੇ ਆਪਣੇ ਬੱਚਿਆਂ ਨੂੰ ਦੱਸਣੀਆਂ। ਗੁਰੂ ਸਾਹਿਬ ਦੇ ਵਿਅਕਤੀਤਵ ਦੇ ਬਾਰੇ ਵਿੱਚ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀ ਆਉਣ ਵਾਲੀ ਪਨੀਰੀ ਨੂੰ ਉਹਨਾਂ ਦੇ ਵਿਅਕਤੀਤਵ ਦੇ ਬਾਰੇ 'ਚ ਦੱਸ ਸਕੀਏ ਕਿ ਬਚਪਨ ਤੋਂ ਹੀ ਉਹਨਾਂ ਦਾ ਵਿਅਕਤੀਤਵ ਕਿੰਨਾ ਜ਼ਿਆਦਾ ਸਟਰੋਂਗ ਸੀਗਾ। ਸਾਡੇ ਵਾਸਤੇ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਉਣ ਵਾਲੀ ਪਨੀਰੀ ਨੂੰ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਵਿਅਕਤੀਤਵ ਤੋਂ ਅਵਗਤ ਕਰਾਈਏ, ਜਿਹੜਾ ਕਿ ਇਹਨਾਂ ਸਾਖੀਆਂ ਤੋਂ ਸਾਨੂੰ ਜਾਣਨ ਨੂੰ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ओ साहिब में उसका चेहरा। ਸੰਗਤ ਜੀ, ਅੱਜ ਦੇ ਐਪੀਸੋਡ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਸ਼੍ਰੀ ਕੰਗਨ ਘਾਟ ਜੀ ਦੇ, ਜਿਹਨੂੰ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈਗਾ। ਇਹ ਸਥਾਨ ਸੀਗਾ ਗੁਰੂ ਸਾਹਿਬ ਦੇ ਬਚਪਨ ਦੀ ਯਾਦਾਂ ਨਾਲ ਜੁੜਿਆ ਹੋਇਆ। ਕੱਲ੍ਹ ਅਸੀਂ ਆਪ ਜੀ ਨੂੰ ਲੈ ਕੇ ਚੱਲਾਂਗੇ ਇੱਕ ਹੋਰ ਐਸੇ ਇਤਿਹਾਸਿਕ ਸਥਾਨ ਦਾ ਜਿਹੜਾ ਕਿ ਗੁਰੂ ਸਾਹਿਬ ਦੇ ਬਚਪਨ ਨਾਲ ਜੁੜਿਆ ਹੋਏਗਾ। ਆਪ ਸਾਰੀਆਂ ਸੰਗਤਾਂ ਦਾ ਜਿਹੜੀਆਂ ਕਿ ਇਹਨੇ ਪਿਆਰ ਨਾਲ ਸਾਡਾ ਪ੍ਰੋਗਰਾਮ ਸਪਿਰਿਚੁਅਲ ਜਰਨੀ ਆਫ ਦਾ ਟਰਬਨ ਟਰੈਵਲਰ ਯਾਤਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ YouTube ਚੈਨਲ ਦਾ ਟਰਬਨ ਟਰੈਵਲਰ ਤੇ ਨਾਲ PTC ਸਿਮਰਨ ਤੇ ਵੇਖਦੇ ਹੈਗੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਨਿੱਘਾ ਸਵਾਗਤ। ਕੱਲ੍ਹ ਅਸੀਂ ਆਪ ਜੀ ਨੂੰ ਮਿਲਾਂਗੇ ਫਿਰ ਇੱਕ ਦੂਸਰੇ ਐਪੀਸੋਡ ਦੇ ਨਾਲ। ਤੇ ਕੱਲ੍ਹ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਵਾਹ ਰਮਜ਼ਾਂ ਤੇਰੀਆਂ ਵੇ ਬਾਬਾ, ਵਾਹ ਵਾਹ ਰਮਜ਼ਾਂ ਤੇਰੀਆਂ। ਵਾਹਿਗੁਰੂ ਜੀ ਵਾਹਿਗੁਰੂ, ਵਾਹ ਵਾਹ ਰਮਜ਼ਾਂ ਤੇਰੀਆਂ ਵੇ ਬਾਬਾ, ਵਾਹ ਵਾਹ ਰਮਜ਼ਾਂ ਤੇਰੀਆਂ ਵੇ। ਤੇਰੀ ਮਾਝ ਚੋਂ ਵੇ ਤੇਰੀ ਫਾਜ ਚੋਂ। ਵਾਹਿਗੁਰੂ ਜੀ ਵਾਹਿਗੁਰੂ, ਤੇਰੀ ਮਾਝ ਚੋਂ ਵੇ ਤੇਰੀ ਫਾਜ ਚੋਂ।